Good morning students. Today we will continue topic RTE Act 2005. ਤਾਂ ਅੱਜ ਆਪਾਂ ਕਰਾਂਗੇ ਪਬਲਿਕ ਇਨਫੋਰਮੇਸ਼ਨ ਆਫਿਸਰਸ। ਪਬਲਿਕ ਇਨਫੋਰਮੇਸ਼ਨ ਆਫਿਸਰਸ ਕੌਣ ਨੇ ਵੀ ਜਿਨ੍ਹਾਂ ਤੋਂ ਆਪਾਂ ਨੂੰ ਵੀ ਮਿਲ ਸਕਦੇ ਇਨਫੋਰਮੇਸ਼ਨ ਮਿਲ ਸਕਦੀ ਹੈ। ਇਨ ਕੇਸ ਆਪਾਂ ਨੂੰ ਕੋਈ ਵੀ ਡਾਊਟ ਲੱਗ ਰਿਹਾ ਤਾਂ ਆਪਾਂ ਕਿੱਥੇ ਫਾਈਲ ਕਰਾਂਗੇ ਜਾ ਕੇ PIO ਦੇ ਕੋਲ ਕਰਾਂਗੇ। ਠੀਕ ਹੈ, ਤੋਂ PIO ਤੋਂ ਅਬਵ ਕੌਣ ਹੁੰਦਾ APIO ਹੁੰਦਾ ਐਪੀਲੇਟ ਪਬਲਿਕ ਇਨਫੋਰਮੇਸ਼ਨ ਆਫਿਸਰ। ਬਟ APIO ਦੇ ਅੰਡਰ ਕੌਣ ਹੁੰਦਾ PIO ਪਬਲਿਕ ਇਨਫੋਰਮੇਸ਼ਨ ਆਫਿਸਰ। ਤਾਂ ਇਸ ਦੀਆਂ ਕੁਛ ਡਿਊਟੀਜ਼ ਨੇ ਅਤੇ ਕੁਛ ਰਿਸਪੋਂਸੀਬਿਲਿਟੀਜ਼ ਨੇ। ਐਵਰੀ ਪਬਲਿਕ ਅਥਾਰਟੀ ਇਜ਼ ਟੂ ਡੈਜ਼ੀਨੇਟ ਪਬਲਿਕ ਇਨਫੋਰਮੇਸ਼ਨ ਆਫਿਸਰਸ। ਹਰ ਇੱਕ ਪਬਲਿਕ ਅਥਾਰਟੀ ਦੇ ਅੰਦਰ ਕੀ ਹੋਏਗਾ, ਇੱਕ ਪਬਲਿਕ ਇਨਫੋਰਮੇਸ਼ਨ ਆਫਿਸਰ ਹੋਏਗਾ ਐਂਡ ਅਸਿਸਟੈਂਟ ਪਬਲਿਕ ਇਨਫੋਰਮੇਸ਼ਨ ਆਫਿਸਰ। ਤੁਸੀਂ ਨੂੰ ਕੀ ਕਹਿ ਸਕਦੇ ਆਪਾਂ ਐਪੀਲੇਟ ਪਬਲਿਕ ਇਨਫੋਰਮੇਸ਼ਨ ਆਫਿਸਰ ਵੀ ਕਹਿ ਸਕਦੇ ਹਾਂ। ਵਿਦਿਨ 100 ਡੇਜ਼ ਆਫ ਇਨੈਕਟਮੈਂਟ ਆਫ ਦ ਐਕਟ, ਮਤਲਬ ਕਿ ਕੀ ਹੈ, ਇੱਕ ਐਕਟ ਬਣ ਗਿਆ ਉਸ ਦੇ ਵਿਦਿਨ 100 ਡੇਜ਼ ਕੀ ਹੋ ਜਾਣਗੇ, ਦੋਨੋਂ ਜਿਹੜੀਆਂ ਬੋਡੀਜ਼ ਨੇ ਕੀ ਹੋ ਜਾਣਗੀਆਂ, ਬਣ ਜਾਣਗੀਆਂ PIO ਐਂਡ APIO। The duty to give the requested information lies with the PIO while the APIO's duty is to forward the request for information to the PIO। ਹੁਣ ਦੇਖੋ ਜੋ APIO ਹੈ ਇਹ ਕੀ ਹੈ, ਅਸਿਸਟੈਂਟ ਮਤਲਬ ਕਿ ਕੀ ਹੈ PIO ਦੇ ਨੀਚੇ। ਜੇ ਆਪਾਂ ਕਹਿੰਦੇ ਵੀ ਐਪੀਲੇਟ ਤਾਂ ਉਹ ਅਬਵ ਹੋ ਜਾਂਦਾ। ਹੁਣ APIO ਜਦੋਂ ਆਪਾਂ ਗੱਲ ਕਰਾਂਗੇ ਵੀ APIO ਕੀ ਹੈ, ਇੱਕ ਅਸਿਸਟੈਂਟ ਪਬਲਿਕ ਇਨਫੋਰਮੇਸ਼ਨ ਹੈ। ਤਾਂ ਇਸ ਦੀ ਕੀ ਡਿਊਟੀ ਹੈ ਵੀ ਜੋ ਵੀ ਕਿਸੇ ਪਰਸਨ ਇਸ ਕੋਲ ਕੀ ਹੈ ਰਿਕੁਐਸਟ ਆਈ ਹੈ, ਠੀਕ ਹੈ, ਤਾਂ ਇਸਨੇ ਅੱਗੇ ਕਿਸ ਨੂੰ ਫਾਰਵਰਡ ਕਰਨੀ ਹੈ, ਉਹ PIO ਨੂੰ ਫਾਈਲ ਕਰਨੀ ਹੈ ਜਾਂ ਫਾਰਵਰਡ ਕਰਨੀ ਹੈ। ਪਬਲਿਕ ਅਥਾਰਟੀ ਹੈਵਿੰਗ ਮੋਰ ਦੈਨ 1 PIO ਇਜ਼ ਰਿਕੁਆਇਰਡ ਟੂ ਡੈਜ਼ੀਨੇਟ ਏ ਨੋਡਲ ਆਫਿਸਰ ਟੂ ਰਿਸੀਵ ਰਿਕੁਐਸਟ ਫਾਰ ਇਨਫੋਰਮੇਸ਼ਨ ਔਨ ਬਿਹਾਫ ਆਫ ਆਲ PIOs। ਤਾਂ ਇਸ ਦੀਆਂ ਕੀ ਡਿਊਟੀਜ਼ ਨੇ, ਕੀ ਰਿਸਪੋਂਸੀਬਿਲਿਟੀਜ਼ ਨੇ APIO ਦੇ। APIO ਕੌਣ ਹੈ, ਅਸਿਸਟੈਂਟ ਪਬਲਿਕ ਇਨਫੋਰਮੇਸ਼ਨ ਆਫਿਸਰ, ਜੋ ਆਪਣੇ ਤੋਂ ਇਨਫੋਰਮੇਸ਼ਨ ਲੈਂਦਾ ਅਤੇ ਅੱਗੇ ਫਾਰਵਰਡ ਕਰ ਦਿੰਦਾ ਹੈ PIO ਨੂੰ। ਫਸਟ ਕਿ ਡੀਲ ਵਿਦ ਰਿਕੁਐਸਟ ਫਰੋਮ ਪਰਸਨਸ। ਦੇਖੋ ਆਪਣੇ ਨਾਲ ਡੀਲ ਕਰਦਾ ਹੈ, ਆਪਾਂ ਰਿਕੁਐਸਟ ਕਰਾਂਗੇ। ਹੁਣ ਦੇਖੋ RTI ਦੇ ਮੀਨਿੰਗ ਮੈਂ ਤੁਹਾਨੂੰ ਲਾਸਟ ਲੈਕਚਰ ਦੀ ਦੱਸ ਚੁੱਕੀ ਸੀ ਕਿ RTI ਕੀ ਹੁੰਦੀ ਹੈ। ਤੁਹਾਨੂੰ ਕੀ ਲੱਗ ਰਿਹਾ ਕਿ ਕੋਈ ਇਨਫੋਰਮੇਸ਼ਨ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਵੀ ਕੰਸੀਲਮੈਂਟ ਹੋ ਰਹੀ ਹੈ ਨਾ, ਵੀ ਕੋਈ ਫਰੋਡ ਵਗੈਰਾ। ਤੁਸੀਂ ਤੁਸੀਂ ਇੱਕ ਕੰਜ਼ਿਊਮਰ ਹੋ, ਤੁਹਾਨੂੰ ਕੀ ਹੋਇਆ, ਪ੍ਰੋਡਕਟ ਦੀ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਗਈ, ਠੀਕ ਹੈ, ਜਾਂ ਤੁਸੀਂ ਕਿਸੇ ਲੀਗਲ ਡਾਕੂਮੈਂਟਸ ਚਾਹੀਦੇ ਸੀ ਬਟ ਤੁਹਾਨੂੰ ਕੀ ਦਿੱਤਾ ਕਿ ਗਲਤ ਇਨਫੋਰਮੇਸ਼ਨ ਹੈ। ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਜਿਹੜੇ ਪ੍ਰੋਪਰ ਰੂਲਸ ਰੈਗੂਲੇਸ਼ਨਸ ਨੂੰ ਫੋਲੋ ਅਪ ਨਹੀਂ ਹੋ ਰਹੇ, ਠੀਕ ਹੈ, ਐਕਟ ਵਗੈਰਾ ਦੇ, ਤਾਂ ਤੁਸੀਂ ਕੀ ਕਰ ਸਕਦੇ ਹੋ, RTI ਜਾ ਕੇ ਫਾਈਲ ਕਰ ਸਕਦੇ ਹੋ। ਅਤੇ ਇੱਕ ਆਪਾਂ ਕਹਿ ਸਕਦੇ ਵੀ ਟਰੂ ਐਂਡ ਫੇਅਰ ਜਿਹੜੀ ਇਨਫੋਰਮੇਸ਼ਨ ਉਹ ਕਲੈਕਟ ਕਰ ਸਕਦੇ ਹੋ। ਤਾਂ ਨੈਕਸਟ ਕੀ ਡੀਲ ਵਿਦ ਰਿਕੁਐਸਟ ਫਰੋਮ ਪਰਸਨਸ। ਕਿਸੇ ਵੀ ਪਰਸਨ ਨੇ ਕੀ ਕਰਨਾ, RTI ਫਾਈਲ ਕਰਨਾ, ਤਾਂ ਉਹ ਸਭ ਤੋਂ ਪਹਿਲਾਂ ਆਪਣਾ ਡਾਊਟ ਹੈ ਜਿਹੜਾ ਇੱਕ ਤਰ੍ਹਾਂ ਦਾ ਨਾ ਆਪਣੀ ਕੰਪਲੇਨ ਹੈ ਉਹ ਕਿੱਥੇ ਜਾ ਕੇ ਦਿੰਦਾ ਹੈਗਾ, APIO ਕੋਲ ਜਾ ਕੇ ਦਿੰਦਾ ਹੈ। ਨੈਕਸਟ ਕੀ ਰੈਂਡਰ ਰੀਜ਼ਨੇਬਲ ਅਸਿਸਟੈਂਟ ਟੂ ਪਰਸਨ ਮੇਕਿੰਗ ਰਿਕੁਐਸਟ ਔਰਲੀ ਟੂ ਰਿਡਿਊਸ ਦਾ ਸੇਮ ਇਨ ਰਾਈਟਿੰਗ, ਠੀਕ ਹੈ, ਔਰਲੀ ਟੂ ਰਿਡਿਊਸ ਦਾ ਸੇਮ ਇਨ ਰਾਈਟਿੰਗ ਫਾਰਮ ਦੇ ਵਿੱਚ ਆਪਾਂ ਕੀ ਕਰਾਂਗੇ, ਉਹਨੂੰ ਰਿਟਨ ਦੇ ਵਿੱਚ ਫਿਰ ਦੇ ਸਕਦੇ ਹਾਂ। ਡਿਸਪੋਜ਼ਲ ਆਫ ਰਿਕੁਐਸਟ ਵਿਦਨ 30 ਡੇਜ਼। ਵਿਦਨ 30 ਡੇਜ਼ ਆਪਾਂ ਨੇ ਕਿਸ ਕੋਲੇ ਜਾਣਾ ਹੁੰਦਾ, APIO ਕੋਲੇ ਜਾਣਾ ਹੁੰਦਾ ਹੈ। ਵਿਦਨ 30 ਡੇਜ਼ ਦਾ ਮੀਨਿੰਗ ਕਿ ਦੇਖੋ ਤੁਸੀਂ ਇੱਕ ਮੰਨ ਲਓ ਕੰਜ਼ਿਊਮਰ ਸੀ, ਤੁਹਾਡੇ ਨਾਲ ਕੀ ਕੀਤਾ, ਸੈਲਰ ਨੇ ਫਰੋਡ ਕੀਤਾ, ਕੋਈ ਵੈਰੀ ਇੰਪੋਰਟੈਂਟ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਸੀ ਉਹ ਤੁਹਾਡੇ ਤੋਂ ਕੀ ਕਰ ਲਈ, ਕੰਸੀਲ ਕਰ ਲਈ, ਠੀਕ ਹੈ। ਤਾਂ ਤੁਹਾਡੇ ਨਾਲ ਦੇਖੋ ਫਰੋਡ ਅੱਜ ਹੋਇਆ, ਤਾਂ ਤੁਸੀਂ ਅੱਜ ਤੋਂ ਵਿਦਿਨ 30 ਡੇਜ਼ ਤੁਸੀਂ ਕੀ ਕਰੋਗੇ, ਆਪਣੀ RTI ਜਾ ਕੇ ਫਾਈਲ ਕਰੋਗੇ APIO ਦੇ ਕੋਲ। ਜੇ ਇਨ ਕੇਸ ਕੀ ਹੈ ਕਿਸੇ ਪਰਸਨ ਦੀ ਲਾਈਫ ਜਾਂ ਲਿਬਰਟੀ ਦੇ ਰਿਗਾਰਡਿੰਗ ਹੈ ਤਾਂ ਵਿਦਿਨ 48 ਆਵਰ ਤੁਸੀਂ ਫਾਈਲ ਜਿਹੜੀ ਉਹ ਕਰ ਸਕਦੇ ਹੋ। ਇਫ ਇਨਫੋਰਮੇਸ਼ਨ ਇਜ਼ ਟੂ ਬੀ ਪ੍ਰੋਵਾਈਡਡ ਔਨ ਪੇਮੈਂਟ ਆਫ ਫਰਦਰ ਫੀ send intimation to applicant giving detail of further fee along with the calculations and information concerning his right to review this fees। ਜੇ ਇਨਫੋਰਮੇਸ਼ਨ ਕੀ ਹੈ, ਇੱਕ ਪੇਮੈਂਟ ਆਫ ਫਰਦਰ ਫੀਸ, ਮਤਲਬ ਕਿ ਤੁਹਾਡਾ ਪਹਿਲਾਂ ਜਿਹੜਾ ਸਲਿਊਸ਼ਨ ਨਹੀਂ ਮਿਲਿਆ ਤੁਸੀਂ ਕੀ ਕਰ ਸਕਦੇ ਹੋ, ਉਸੇ ਹੀ ਫੀਸ ਦੇ ਉੱਪਰ ਤੁਸੀਂ ਕੀ ਕਰ ਸਕਦੇ ਹੋ, ਫਰਦਰ ਇਨਕੁਆਇਰੀ ਜਾਂ ਫਿਰ ਫਰਦਰ ਆਪਣੀ ਜਿਹੜੀ ਫਾਈਲ ਹੈ ਉਹ ਕਰ ਸਕਦੇ ਹੋ। ਨੈਕਸਟ ਕਿ ਇਫ ਥਰਡ ਪਾਰਟੀ ਇਨਵੋਲਵਡ ਦੈਨ ਵੀ ਕੀ ਹੋਣਗੇ, 30 ਡੇਜ਼ ਹੀ ਲੱਗਣਗੇ ਜੇ ਤੁਹਾਡੇ ਨਾਲ ਕੋਈ ਕੀ ਇੱਕ ਥਰਡ ਪਾਰਟੀ ਐਕਟਿਵ ਹੈ ਨਾਲ। ਨੈਕਸਟ ਆਪਾਂ ਕੀ ਕਰਾਂਗੇ, ਇਫ PIO ਇੰਟੈਂਡਡ ਟੂ ਡਿਸਕਲੋਜ਼ ਇਨਫੋਰਮੇਸ਼ਨ ਸਪਲਾਈ ਬਾਈ ਥਰਡ ਪਾਰਟੀ ਐਂਡ ਦਿਸ ਇਨਫੋਰਮੇਸ਼ਨ ਹੈਜ਼ ਬੀਨ ਟ੍ਰੀਟਡ ਐਜ਼ ਕੌਨਫੀਡੈਂਸ਼ੀਅਲ ਬਾਈ ਥਰਡ ਪਾਰਟੀ ਦੈਨ ਟੂ ਗਿਵ ਨੋਟਿਸ ਟੂ ਥਰਡ ਪਾਰਟੀ ਵਿਦਨ 5 ਡੇਜ਼ ਆਫ ਰਿਸਿਟ। ਕੀ ਹੋਇਆ, ਕਹਿੰਦੇ ਵੀ ਜੇ ਥਰਡ ਪਾਰਟੀ ਦੁਆਰਾ ਇਨਫੋਰਮੇਸ਼ਨ ਤੁਹਾਨੂੰ ਸਪਲਾਈ ਕੀਤੀ ਜਾ ਰਹੀ ਹੈ, ਠੀਕ ਹੈ, ਤਾਂ ਤੁਹਾਨੂੰ ਨੋਟਿਸ ਜਿਹੜਾ ਉਹ ਕਿੰਨੇ ਦਿਨ ਦੇ ਵਿੱਚ ਮਿਲ ਸਕਦਾ, 5 ਡੇਜ਼ ਦੇ ਤੱਕ ਮਿਲ ਸਕਦਾ। ਹੁਣ ਥਰਡ ਪਾਰਟੀ ਦਾ ਮੀਨਿੰਗ ਇਹ ਦੇਖੋ, ਤੁਹਾਨੂੰ ਜਿਹੜੀ ਤੁਹਾਡੀ ਇਨਫੋਰਮੇਸ਼ਨ ਚਾਹੀਦੀ ਸੀ ਉਹ PIO ਤੋਂ ਵੀ ਨਹੀਂ ਮਿਲੀ ਬਟ APIO ਤੋਂ ਵੀ ਨਹੀਂ ਮਿਲੀ, ਤਾਂ ਹੋ ਸਕਦਾ ਕੋਈ ਥਰਡ ਪਰਸਨ ਆ ਕੇ ਤੁਹਾਡੀ ਹੈਲਪ ਕਰ ਰਿਹਾ, ਕੋਈ ਥਰਡ ਬਾਡੀ ਤੁਹਾਡੀ ਹੈਲਪ ਕਰ ਰਹੀ ਹੈ, ਫਿਰ ਵਿਦਿਨ 5 ਡੇਜ਼ ਤੁਹਾਨੂੰ ਕਿਹੋ ਜਿਹੀ ਇਨਫੋਰਮੇਸ਼ਨ ਜਿਹੜੀ ਉਹ ਕਲੈਕਟ ਹੋ ਸਕਦੀ ਹੈ। ਨੈਕਸਟ ਟੋਪਿਕ ਹੈ ਐਗਜ਼ਾਮਸ਼ਨਸ ਫਰੋਮ ਡਿਸਕਲੋਜ਼ਰ ਆਫ ਇਨਫੋਰਮੇਸ਼ਨ। ਐਗਜ਼ਾਮਸ਼ਨਸ ਕੀ, ਦੇਖੋ ਆਪਾਂ ਵਾਰ ਇੱਕੋ ਗੱਲ ਕਰ ਰਹੇ ਹਾਂ ਕਿ RTI ਫਾਈਲ ਕਰਕੇ ਆਪਾਂ ਕੀ ਕਰ ਸਕਦੇ ਹਾਂ, ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ। ਬਟ ਕੁਛ ਐਗਜ਼ਾਮਸ਼ਨਸ ਨੇ, ਮਤਲਬ ਕੁਛ ਇਨਫੋਰਮੇਸ਼ਨ ਇੱਦਾਂ ਦੀ ਹੈ ਜੋ ਤੁਸੀਂ ਕੀ ਨਹੀਂ ਕਰ ਸਕਦੇ, ਕਲੈਕਟ ਨਹੀਂ ਕਰ ਸਕਦੇ, ਮੀਨਸ ਤੁਹਾਨੂੰ ਜਿਹੜੀ RTI ਉਹ ਨਹੀਂ ਦੇਗੀ ਉਹ ਇਨਫੋਰਮੇਸ਼ਨ, ਠੀਕ ਹੈ, ਤੁਹਾਡੇ ਤੋਂ ਹਮੇਸ਼ਾ ਕੀ ਕਰੇਗੀ, ਕੰਸੀਲ ਹੀ ਕਰੇਗੀ। ਫਸਟ ਹੈ ਦੇਖੋ, ਇਨਫੋਰਮੇਸ਼ਨ ਡਿਸਕਲੋਜ਼ਰ ਆਫ ਵਿਚ ਵੁੱਡ ਪ੍ਰੀਜੁਡੀਸ਼ਲੀ ਅਫੈਕਟ ਦਾ ਸਵਰਜਨਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ, ਠੀਕ ਹੈ।
ਮੀਨਿੰਗ ਕੀ ਹੈ ਕਿ ਕੋਈ ਇਸ ਟਾਈਪ ਦੀ ਇਨਫੋਰਮੇਸ਼ਨ ਜਿਸ ਦੇ ਡਿਸਕਲੋਜ਼ਰ ਹੋਣ ਦੇ ਨਾਲ ਜਾਂ ਜਿਸ ਦੇ ਉਹਨਾਂ ਦੁਆਰਾ ਡਿਸਕਲੋਜ਼ ਕਰਨ ਨਾਲ ਕੀ ਹੋ ਸਕਦਾ ਹੈ, ਇੰਟੀਗ੍ਰਿਟੀ ਆਫ ਇੰਡੀਆ ਨੂੰ ਕੀ ਹੋ ਸਕਦਾ, ਨੁਕਸਾਨ ਹੋ ਸਕਦਾ, ਸਿਕਿਉਰਿਟੀ ਨੂੰ ਨੁਕਸਾਨ ਹੋ ਸਕਦਾ, ਕੋਈ ਸਾਇੰਟੀਫਿਕ ਜਾਂ ਇਕੋਨਮਿਕ ਇੰਟਰਸਟ ਜਿਹੜਾ ਸਟੇਟ ਦਾ ਉਸ ਨੂੰ ਨੁਕਸਾਨ ਹੋ ਸਕਦਾ, ਤਾਂ ਉਹ ਇੱਦਾਂ ਦੀ ਇਨਫੋਰਮੇਸ਼ਨ ਜਿਹੜੀ ਉਹ ਕਦੇ ਵੀ ਤੁਹਾਨੂੰ ਨਹੀਂ ਪਾਸ ਆਊਟ ਕਰੇਗੀ, ਕਦੇ ਵੀ ਡਿਸਕਲੋਜ਼ ਨਹੀਂ ਕਰੇਗੀ ਤੁਹਾਡੇ ਨਾਲ। ਸੈਕਿੰਡ ਕੀ ਇਨਫੋਰਮੇਸ਼ਨ ਵਿਚ ਹੈਜ਼ ਬੀਨ ਐਕਸਪ੍ਰੈਸਲੀ ਫੋਰਬਿਡਨ ਟੂ ਬੀ ਪਬਲਿਸ਼ਡ ਬਾਈ ਐਨੀ ਕੋਰਟ ਆਫ ਲਾਅ ਔਰ ਟ੍ਰਿਬਿਊਨਲ। ਕੋਈ ਇੱਦਾਂ ਦੀ ਇਨਫੋਰਮੇਸ਼ਨ ਜੋ ਕਿ ਕੀਤੀ ਗਈ, ਫੋਰਵਰਡ ਕੀਤੀ ਗਈ ਹੈ, ਮਨਾ ਕੀਤੀ ਗਈ ਹੈ ਕਿਸੇ ਦੁਆਰਾ, ਕੋਰਟ ਆਫ ਲਾਅ ਦੇ ਦੁਆਰਾ ਜਾਂ ਕਿਸੇ ਨਾ ਕਿਸੇ ਟ੍ਰਿਬਿਊਨਲ ਦੇ ਦੁਆਰਾ, ਤਾਂ ਤੁਹਾਨੂੰ ਉਹ ਇਨਫੋਰਮੇਸ਼ਨ ਕਦੇ ਵੀ ਨਹੀਂ ਮਿਲ ਸਕਦੀ। ਨੈਕਸਟ ਕੀ ਇਨਫੋਰਮੇਸ਼ਨ ਦਾ ਡਿਸਕਲੋਜ਼ਰ ਆਫ ਵਿਚ ਵੁੱਡ ਕਾਜ਼ ਏ ਬ੍ਰੀਚ ਆਫ ਪ੍ਰਿਵਿਲੇਜਸ ਆਫ ਪਾਰਲੀਮੈਂਟ। ਠੀਕ ਹੈ, ਪਾਰਲੀਮੈਂਟ ਦੇ ਪ੍ਰਿਵਿਲੇਜਸ ਨੇ ਜਿਹੜੇ ਉਹਨਾਂ ਨੂੰ ਕੀ ਹੋ ਸਕਦਾ, ਉਹ ਬ੍ਰੀਚ ਕਰ ਸਕਦਾ, ਤੋੜ ਸਕਦਾ, ਸਟੇਟ ਲੈਜਿਸਲੇਚਰ ਦੇ ਪ੍ਰਿਵਿਲੇਜਸ ਨੂੰ ਤੋੜ ਸਕਦਾ, ਤਾਂ ਵੀ ਇੱਦਾਂ ਦੀ ਇਨਫੋਰਮੇਸ਼ਨ ਤੁਸੀਂ ਨਹੀਂ ਲੈ ਸਕਦੇ। ਨੈਕਸਟ ਕੀ ਹੈ ਇਨਫੋਰਮੇਸ਼ਨ ਇਨਕਲੂਡਿੰਗ ਕਮਰਸ਼ੀਅਲ ਕੌਨਫੀਡੈਂਸ, ਟ੍ਰੇਡ ਸੀਕਰੇਟਸ, ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ। ਠੀਕ ਹੈ, ਇਹ ਸਾਰੇ ਕੀ ਹੁੰਦੇ ਨੇ, ਇੱਕ ਆਪਣੀਆਂ ਇੰਟੈਲੈਕਚੁਅਲ ਪ੍ਰੋਪਰਟੀਜ਼ ਹੁੰਦੀਆਂ ਨੇ ਇੱਕ। ਠੀਕ ਹੈ, ਇਹਨਾਂ ਨੂੰ ਕੋਈ ਕਦੇ ਵੀ ਡਿਸਕਲੋਜ਼ ਨਹੀਂ ਕਰਨਗੇ, ਕਿਉਂਕਿ ਇਸ ਦੇ ਨਾਲ ਕੀ ਹੋਏਗੀ, ਕੰਪੀਟੀਟਿਵ ਪੋਜੀਸ਼ਨ ਹੈ ਜਿਹੜੀ ਥਰਡ ਪਰਸਨ ਦੀ ਉਹ ਹਾਰਮ ਹੋ ਜਾਏਗੀ। ਹੁਣ ਦੇਖੋ ਟ੍ਰੇਡ ਸੀਕਰੇਟਸ ਹੋ ਗਏ, ਇੰਟੈਲੈਕਚੁਅਲ ਪ੍ਰੋਪਰਟੀ ਹੋ ਗਿਆ, ਲੇਆਊਟ ਡਿਜ਼ਾਈਨ ਹੋ ਗਿਆ। ਠੀਕ ਹੈ, ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਟ੍ਰੇਡਮਾਰਕ, ਕਾਪੀਰਾਈਟ, ਇਹ ਸਾਰੇ ਕੀ ਨੇ। ਟ੍ਰੇਡਮਾਰਕ, ਕਾਪੀਰਾਈਟ ਕਹਿੰਦੇ ਵੀ ਇੱਕ ਕਿਸੇ ਪਰਸਨ ਦਾ ਕੰਪਨੀ ਹੈ, ਠੀਕ ਹੈ, ਉਹਨੇ ਆਪਣੇ ਚਾਰਜਸ ਪੇ ਕਰਕੇ ਲਿਆ ਹੋਇਆ। ਹੁਣ ਜੇ RTI ਵਾਲੇ ਉਸ ਦੀ ਇਨਫੋਰਮੇਸ਼ਨ ਡਿਸਕਲੋਜ਼ ਕਰਨਗੇ ਤਾਂ ਉਹ ਉਸ 'ਤੇ ਕੀ ਹੋਏਗੀ, ਕੰਪੀਟੀਟਿਵ ਪੋਜੀਸ਼ਨ ਡਾਊਨ ਹੋ ਜਾਏਗੀ ਆਟੋਮੈਟਿਕ, ਕਿਉਂਕਿ ਉਹੀ ਟ੍ਰੇਡ ਸੀਕਰੇਟ ਯੂਜ਼ ਕਰਕੇ ਆਪਾਂ ਉਸ ਦੇ ਪ੍ਰੋਡਕਟ ਬਣਾ ਲਏ ਤਾਂ ਉਸ ਦੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਪੋਜੀਸ਼ਨ ਬਣੀ ਹੋਈ ਹੈ, ਇੱਕ ਤਰ੍ਹਾਂ ਦੀ ਨਾ ਰੈਪੂਟੇਸ਼ਨ ਹੈ, ਗੁੱਡਵਿਲ ਉਹ ਡਾਊਨ ਹੋ ਜਾਏਗੀ। ਤਾਂ ਕਰਕੇ ਜੇ ਉਹ RTI ਆਪਾਂ ਫਾਈਲ ਨਹੀਂ ਕਰ ਸਕਦੇ ਇੱਦਾਂ ਦੀ ਇਨਫੋਰਮੇਸ਼ਨ ਦੇ ਲਈ। ਨੈਕਸਟ ਕੀ ਹੈ ਇਨਫੋਰਮੇਸ਼ਨ ਅਵੇਲੇਬਲ ਟੂ ਏ ਪਰਸਨ ਇਨ ਹਿਜ਼ ਫਿਡਿਊਸ਼ਰੀ ਰਿਲੇਸ਼ਨ ਅਨਲੈਸ ਦਾ ਕੰਪੀਟੈਂਟ ਅਥਾਰਟੀ ਸੈਟਿਸਫਾਈਡ ਦੈਟ ਦਾ ਲਾਰਜਰ ਪਬਲਿਕ ਇੰਟਰਸਟ ਵਾਰੰਟ ਦਾ ਡਿਸਕਲੋਜ਼ ਆਫ ਸੱਚ ਇਨਫੋਰਮੇਸ਼ਨ। ਕਿਸੇ ਨਾਲ ਤੁਸੀਂ ਕਿਉਂ ਫਿਡਿਊਸ਼ਰੀ ਰਿਲੇਸ਼ਨਸ਼ਿਪ ਦੇ ਵਿੱਚੋਂ ਤੁਸੀਂ ਉਸ ਤੱਕ ਆਪਾਂ ਕਹਿ ਸਕਦੇ ਵੀ ਉਦੋਂ ਤੱਕ ਉਸ ਦੀ ਇਨਫੋਰਮੇਸ਼ਨ ਜਿਹੜੀ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਤੱਕ ਉਹ ਤੁਹਾਨੂੰ ਖੁਦ ਨਹੀਂ ਕਹਿ ਸਕਦਾ ਡਿਸਕਲੋਜ਼ ਕਰਨ ਦੇ ਲਈ। ਜਾਂ ਫਿਰ ਇਨਫੋਰਮੇਸ਼ਨ ਰਿਸੀਵਡ ਇਨ ਕੌਨਫੀਡੈਂਸ ਫਰੋਮ ਫੋਰਨ ਗਵਰਨਮੈਂਟ ਦੀ ਇਨਫੋਰਮੇਸ਼ਨ ਵੀ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ। ਤਾਂ ਕੁਛ ਪੁਆਇੰਟਸ ਰਹਿ ਗਏ, ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਥੈਂਕ ਯੂ।